फतेह। विघ्न विनाशन सोए कहाँ बुध प्रभ तुष हमारी। बरन सकै महिमा तिहारी। हम ना सकत कर सिफत तुम्हारी। आप देहो तुम कथा सुधारी। हम ना सकत कर सिफत तुम्हारी। आप देहो तुम कथा सुधारी। चौपाई अगे सुनो अब माली प्यारे। जिस बिध दोहरे पंथ बनवारे। दोहरा आगे सुनो सरहंद की। जिम लूटी तीजी बार। वाहिगुरु जी का खालसा वाहिगुरु जी की फतेह। महादिवस मूर्त भले जिसको नदर करे। नानक सोई दिवस सुहावड़ा जित प्रभ आवे चित। गुरु की साजी निवाजी गुरु रूप गुरु प्यारी। गुरु खालसा संगत जीओ वडभागे हो। सहबां दी गोद प्राप्त हो रही है। गुरु सवारियों पासों आप जी ने रब्बी बाणी का कीर्तन सरवण किया है। हर कीयां कथा कहानियां हर की अकथ कहानी सुनने वास्ते रोजाना की तरह हाज़री भर रहे हो। जिथे अज का ये महान पवित्र दिहाड़ा सिख कौम के अंदर भी मनाया जा रहा है। नानक शाही संमत नवा साल जिहड़ा है अज तो शुरू है जी। नाल ही चेत महीने की भी मालिक ने कृपा की है, आरंभता हुई है। सो दोनों दिहाड़ियां की सब तो पहला श्रोमणी गुरुद्वारा प्रबंधक कमेटी गुरु घर वालों आप सरबत माई भाई नूं नवे साल की आमद नवे महीने की आमद दियां लख लख वधाइयां होवन जी। गुरु कृपा करे सबनों नूं दरों करो गुरसिੱਖੀ जीवन नाम की दातां दे करके पातशाह जी निवाजना कर सरवण कर रहे सो कि जदों ਸਿੰਘਾਂ ने अपने निशान ਜਿਹੜੇ ने पश्चिम पंजाब ਵੱਲ ਜਿਹੜੇ ने लहराने चालू कर दिते। ਦੁਆਬੇ ਵਿੱਚ भी काफ़ी एरिया ਜਿਹੜਾ ਸੀ ਮੱਲ ਰਿਹਾ ਸੀ ਤੇ ਇੱਧਰ ਜੈਨ ਖਾਨ ਜਿਹੜਾ ਸੀ ਸਰਹੰਦ ਦੇ ਵਿੱਚ ਇਹਨੂੰ ਸਿੰਘਾਂ ਨੇ ਹੁਣ ਜਿਹੜਾ ਹੈ ਉਹ ਸੋਧਾ ਲਾਇਆ ਸੀ। ਕਾਰਨ ਕੀ ਬਣਿਆ? ਅਬਦਾਲੀ ਅੱਕ ਚੁੱਕਾ ਸੀ ਕਿ ਸਿੰਘ ਜਿਹੜੇ ਨੇ ਉਹ ਗੁਜਰਾਂਵਾਲ ਸਿਆਲਕੋਟ ਤੱਕ ਜਿਹੜੇ ਨੇ ਹਾਵੀ ਹੋ ਗਏ ਨੇ। ਇਹਨੇ 48,000 ਫੌਜ ਭੇਜੀ ਤੇ ਇਹ ਫੌਜਾਂ ਜਿਹੜੀਆਂ ਵੱਖੋ ਵੱਖ ਥਾਵਾਂ ਤੇ ਬੈਠੀਆਂ ਜਾ ਕਰਕੇ ਜਿੱਥੇ ਲਾਹੌਰ, ਮੁਲਤਾਨ, ਸਰਹੰਦ ਆਦਿ ਇਹਨਾਂ ਥਾਵਾਂ ਤੇ ਬੈਠੀਆਂ ਤੇ ਸਿੰਘਾਂ ਨੇ ਵੀ ਇਕੱਠ ਕੀਤਾ ਤੇ ਗੁਰਮਤਾ ਹੋਇਆ ਕਿ ਸਭ ਤੋਂ ਪਹਿਲਾਂ ਜਿਹੜਾ ਸਰਹੰਦ ਦਾ ਤੁੰਮਨ ਹੈ ਇਹਨੂੰ ਸੋਧਾ ਲਾਇਆ ਜਾਵੇ। ਤੇ ਉਦੋਂ ਫਿਰ ਜੈਨ ਖਾਨ ਸਰਹੰਦੋਂ ਬਾਹਰ ਨਿਕਲਿਆ ਹੋਇਆ ਸੀ। ਗੁਰੂ ਘਰ ਦਾ ਦੋਖੀ ਸੀ, ਵੱਡਾ ਘੱਲੂਘਾਰਾ ਇਹਨੇ ਕਰਾਇਆ ਸੀ। ਹੋਰ ਵੀ ਇਸ ਸਰਹੰਦ ਮਾਰੀ ਨੂੰ ਜੋ ਪਿਛਲਾ ਪਿਛੋਕੜ ਸੀ ਸਾਡਾ ਛੋਟੇ ਸਾਹਿਬਜ਼ਾਦੇ ਮਾਤਾ ਗੁਜਰ ਕੌਰ ਜੀ, ਉਹ ਵੀ ਦੁੱਖ ਸੀ ਸਿੰਘਾਂ ਨੂੰ। ਇਸ ਕਰਕੇ ਇਹਨੂੰ ਬਾਹਰ ਹੀ ਘੇਰਾ ਪਾ ਕਰਕੇ ਤੇ ਇਹਦੇ ਛਾਤੀ ਦੇ ਵਿੱਚ ਗੋਲੀਆਂ ਸਿੰਘਾਂ ਨੇ ਮਾਰੀਆਂ ਤੇ ਲਾਸ਼ ਜਿਹੜੀ ਸੀ ਇਹਦੇ ਸਿੱਪੇ ਸਲਾਰ ਉਹ ਜੈਨ ਪੀਰ ਹੋਇਆ ਇੱਕ ਸਰਹੰਦ ਦੇ ਲਾਗੇ, ਉੱਥੇ ਛੱਡ ਕੇ ਭੱਜ ਗਏ ਸਨ। ਤੇ ਉੱਥੇ ਹੀ ਫਿਰ ਸਿੰਘਾਂ ਨੇ ਇਹਦੀ ਕਬਰ ਜਿਹੜੀ ਸੀ ਨਾ ਉਹ ਮਿੱਟੀ ਪੁੱਟ ਕਰਕੇ ਜਿਹੜੀ ਸੀ ਬਣਾ ਦਿੱਤੀ। ਭਾਵ ਇਹ ਦੋਖੀ ਸੀ ਗੁਰੂ ਘਰ ਦਾ। ਤੇ ਇਸ ਜੈਨ ਖਾਨ ਨੂੰ ਸਭ ਤੋਂ ਪਹਿਲਾਂ ਉਹਨਾਂ 4 ਤੁੰਮਨਾਂ ਦੇ ਵਿੱਚੋਂ ਪਹਿਲਾ ਤੁੰਮਨ ਜਿਹੜਾ ਸੀ
ਇਹ ਸਰਹੰਦ ਵਾਲਾ ਫਤਿਹ ਕੀਤਾ, ਨਾਲ ਜੈਨ ਖਾਨ ਮਾਰਿਆ। ਹੁਣ ਉਸ ਤੋਂ ਬਾਅਦ ਸਿੰਘਾਂ ਨੇ ਕਿਸ ਤਰ੍ਹਾਂ ਜਿਹੜੀ ਹੈ ਸਰਹੰਦ ਦੇ ਵਿੱਚ ਲੁੱਟ ਮਚਾਈ ਹੈ। ਪਹਿਲਾਂ ਸਰਹੰਦ ਫਤਿਹ ਕੀਤੀ ਹੈ, ਉਹਦੇ ਬਾਅਦ ਜੋ ਜੋ ਉੱਥੋਂ ਲੁੱਟਿਆ ਉਹ ਕਥਾ ਜਿਹੜੀ ਹੈ ਇਸ ਪ੍ਰਕਰਨ ਦੇ ਵਿੱਚ ਆ ਰਹੀ ਹੈ ਜੀ। ਆਪਾਂ ਸਰਵਣ ਕਰੀਏ। ਦਿਓ ਅਸੀਸ ਆਖੋ ਸਤਨਾਮ ਸ੍ਰੀ ਵਾਹਿਗੁਰੂ। ਫਿਰ ਕਰੋ ਕਿਰਪਾ ਜੀ, ਆਖੋ ਸਤਨਾਮ। ਇੱਕ ਵਾਰੀ ਫਿਰ ਕਰੋ ਕਿਰਪਾ, ਆਖੋ ਸਤਨਾਮ। ਦੋਹਰਾ ਆਗੇ ਸੁਨੋ ਸਰਹੰਦ ਕੀ, ਜਿਵ ਲੁੱਟੀ ਤੀਜੀ ਬਾਰ। ਸੋ ਗੁਰੂ ਰੂਪ ਗੁਰੂ ਖਾਲਸਾ ਗੁਰੂ ਨਿਵਾਜੀ ਸੰਗਤ ਜੀ, ਜਦੋਂ ਜੈਨ ਖਾਨ ਮਰ ਗਿਆ ਤੇ ਉਹਦੇ ਬਾਅਦ ਜਿਹੜੀ ਸਰਹੰਦ ਹੈ ਉਹ ਕਿਸ ਤਰ੍ਹਾਂ ਸਿੰਘਾਂ ਨੇ ਲੁੱਟੀ ਹੈ, ਉਹ ਕਥਾ ਹੁਣ ਤੁਸੀਂ ਸਰਵਣ ਕਰੋ ਜੀ। ਮਾਲ ਲੁੱਟਿਓ ਬੋਧਾ ਕੀਓ, ਕਿਲੇ ਢਾਕੀਓ ਖਵਾਰ। ਮਾਲ ਲੁੱਟਿਓ ਬੋਧਾ ਕੀਓ, ਕਿਲੇ ਢਹਿਕੀਓ ਖਵਾਰ। ਸਿੰਘਾਂ ਨੇ ਸਰਹੰਦ ਦਾ ਕਿਲਾ ਜਿਹੜਾ ਹੈ ਹੁਣ ਢਾਉਣਾ ਹੈ ਤੇ ਉੱਥੇ ਸਾਰੇ ਸਰਹੰਦ ਜਿਹੜੀ ਹੈ ਬੋਧੀ ਕਰ ਦੇਣੀ, ਭਾਵ ਕਿ ਹੁਣ ਇਹਦਾ ਜਿੱਦਾਂ ਆਪਾਂ ਕਹਿੰਦੇ ਨਾ ਬੋਧੇ ਕਰ ਦਿੱਤੇ ਜਾਂ ਮੁੰਨਣ ਕਰ ਦਿੱਤੇ, ਕਿਸੇ ਦੇ ਸਿਰ ਤੇ ਵਾਲ ਹੋਣ ਉਹਨੂੰ ਕਹਿੰਦੇ ਗੰਜਾ ਕਰਤਾ। ਹੁਣ ਸਰਹੰਦ ਨੂੰ ਇੱਦਾਂ ਕਹਿ ਲਈਏ ਕਿ ਗੰਜੀ ਕਰ ਦੇਣਾ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਇਹ ਬਚਨ ਹੋਇਆ ਸੀ ਕਿ ਸਰਹੰਦ ਦੀਆਂ ਇੱਟਾਂ ਤੱਕ ਵੀ ਜਿਹੜੀਆਂ ਸਨ ਇੱਥੇ ਨਹੀਂ ਰਹਿਣਗੀਆਂ। ਸਰਹੰਦ ਜਿਹੜੀ ਹੈ ਉਹ ਤਹਿਸ਼ ਨਹਿਸ਼ ਹੋ ਜਾਵੇਗੀ, ਕਿਉਂਕਿ ਜਦੋਂ ਨੂਰੇ ਮਾਹੀ ਨੇ ਆ ਕੇ ਦੱਸਿਆ ਨਾ ਪਾਤਸ਼ਾਹ ਫਰਜ਼ੰਦ ਜਿਹੜੇ ਨੇ ਨੀਹਾਂ ਵਿੱਚ ਚਿੰਨ ਦਿੱਤੇ ਗਏ ਜਿੰਦੇ। ਮਾਤਾ ਗੁਜਰ ਕੌਰ ਜਿਹੜੀ ਹੈ ਠੰਡੇ ਬੁਰਜ ਦੇ ਵਿੱਚ ਸ਼ਹੀਦੀਆਂ ਪਾ ਗਈ। ਉਦੋਂ ਕਾਈ ਦੇ ਬੂਟੇ ਨੂੰ ਪੁੱਟ ਕਰਕੇ ਮੇਰੇ ਪਾਤਸ਼ਾਹ ਜੀ ਨੇ ਕਿਹਾ ਸੀ ਕਿ ਹੁਣ ਸਰਹੰਦ ਦੀ ਜੜ ਜਿਹੜੀ ਹੈ ਉਹ ਪੁੱਟੀ ਗਈ। ਇਸ ਤਰ੍ਹਾਂ ਸਿੰਘਾਂ ਨੇ ਹੁਣ ਸਰਹੰਦ ਨੂੰ ਜਿਹੜਾ ਹੈ ਕਹਿ ਲਈਏ ਗੰਜਾ ਕਰ ਦਿੱਤਾ, ਬੋਧੀਓ ਕਰ ਦਿੱਤਾ ਤੇ ਬੜੀ ਖੱਜਲ ਖਵਾਰ ਸਰਹੰਦ ਨੂੰ ਕਰਨ ਲੱਗੇ ਹਨ ਜੀ। ਚੌਪਈ ਕਈ ਦਿਵਸ ਸਿੰਘ ਬਾਹਰੇ ਬਣਾ। ਕਿਉਂਕਿ ਸਿੰਘਾਂ ਨੇ ਬਾਹਰੋਂ ਘੇਰਾ ਪਾਇਆ ਹੋਇਆ ਸੀ ਸਰਹੰਦ ਨੂੰ, ਜੈਨ ਖਾਨ ਅੰਦਰ ਨਹੀਂ ਸੀ ਵੜ ਸਕਦਾ। ਇਸ ਕਰਕੇ ਸਿੰਘਾਂ ਦੀ ਵਿਉਂਤਬੰਦੀ ਇਹ ਰਹੀ ਕਿ ਹਜੇ ਕਿਲੇ ਦੇ ਉੱਤੇ ਜਿਹੜਾ ਹੈ ਚੜ੍ਹਾਈ ਨਹੀਂ ਕਰਨੀ, ਬਾਹਰੋਂ ਬਾਹਰ ਜਿਹੜੀ ਸਰਹੰਦ ਦਾ ਹੋਰ ਇਲਾਕਾ ਹੈ ਉਹਨੂੰ ਜਿਹੜਾ ਹੈ ਲੁੱਟਿਆ ਜਾਵੇ ਜੀ। ਲੁੱਟਲ ਜਾਵੇ ਵਿੱਚ ਨਾ ਬਹਿ। ਉਹ ਲੁੱਟਦੇ ਸਨ ਪਰ ਸਰਹੰਦ ਦੇ ਵਿੱਚ ਕਦੀ ਇੱਕ ਥਾਂ ਤੇ ਬਹਿੰਦੇ ਨਹੀਂ ਸਨ। ਲੁੱਟ ਕੇ ਫਿਰ ਜਿਹੜੇ ਸਨ ਆਪਣੇ ਗ੍ਰਾਮਾਂ ਨੂੰ ਚਲੇ ਜਾਂਦੇ ਸਨ। ਸੰਗਨ ਕਰੀ ਥੀ ਪ੍ਰਥਮ ਅਰਦਾਸ। ਤੇ ਸਰਹੰਦ ਨੂੰ ਲੁੱਟਣ ਤੋਂ ਪਹਿਲਾਂ ਸਿੰਘਾਂ ਨੇ ਜਿਹੜੀ ਸੀ ਅਰਦਾਸ ਕੀਤੀ ਸੀ। ਕਾਰਨ ਦੱਸਣ ਕੀ ਬਣਿਆ। ਸਿੱਖ ਦਾ ਫਰਜ਼ ਇਹੀ ਹੈ, ਕੋਈ ਕਾਰਜ ਕਰਨਾ ਹੈ ਉਹ ਅਰਦਾਸ ਕਰੇ। ਤੇ ਸਿੱਖ ਰਹਿਤ ਮਰਿਆਦਾ ਇਹ ਕਹਿੰਦੀ ਹੈ ਕਿ ਇਹ ਸਿੱਖ ਆਪਣੇ ਵਾਸਤੇ ਤੂੰ ਆਪ ਵੀ ਅਰਦਾਸ ਕਰ ਸਕਦਾ ਹੈ। ਹਰ ਇੱਕ ਦਾ ਸਿੱਖ ਦਾ ਫਰਜ਼ ਹੈ। ਜਦੋਂ ਪੈਰਾਗ੍ਰਾਫ ਤੁਸੀਂ ਪੜ੍ਹੋਗੇ 32 ਪੇਜਾਂ ਦੀ ਸਿੱਖ ਰਹਿਤ ਮਰਿਆਦਾ ਹੈ, ਉਹਦੇ ਵਿੱਚ ਜਦੋਂ ਅਰਦਾਸ ਦਾ ਪ੍ਰਕਰਨ, ਕੜਾਹ ਪ੍ਰਸ਼ਾਦ ਦਾ ਪ੍ਰਕਰਨ ਆਵੇਗਾ, ਉਹਨੂੰ ਪੜ੍ਹ ਕੇ ਦੇਖਿਓ। ਰੋਹ ਰੀਤੀਆਂ ਹਨ ਸਿੱਖ ਦੀਆਂ, ਉਹ ਮਰਿਆਦਾਵਾਂ ਹਨ ਸਿੱਖ ਦੀਆਂ। ਸਿੱਖ ਨੇ ਦਿਨ ਦੇ ਵਿੱਚ ਕੀ ਕਰਨਾ ਹੈ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਰਾਤ ਸੌਣ ਤੱਕ। ਤੇ ਜਦੋਂ ਵੀ ਸਿੱਖ ਨੇ ਅਰਦਾਸ ਕਰਨੀ ਹੈ ਜਾਂ ਕੋਈ ਰੱਬ ਦੇ ਘਰ ਚੋਂ ਕੁਝ ਮੰਗਣਾ ਹੈ ਤੇ ਕਿਸੇ ਬਾਬੇ ਕੋਲੋਂ, ਕਿਸੇ ਪੀਰ ਦੇ ਕੋਲੋਂ, ਝਾੜੂ ਫੂਕ ਕੋਲੋਂ ਨਹੀਂ ਜਾਣਾ। ਸਿੱਖ ਨੇ, ਬਾਬੇ ਨੇ ਬਿਲਕੁਲ ਹਦਾਇਤ ਕੀਤੀ ਹੈ ਕਿ ਸਿੱਖ ਨੇ ਗੁਰੂ ਘਰ ਦੇ ਵਿੱਚ ਆਉਣਾ ਹੈ, ਕੜਾਹ ਪ੍ਰਸ਼ਾਦ ਦੀ ਦੇਗ ਕਰਾਉਣੀ ਹੈ, 1 ਟਕਾ ਜਿਹੜਾ ਹੈ ਉਹ ਭੇਟਾ ਰੱਖਣੀ ਹੈ। ਹੋ ਸਕੇ ਤੇ ਆਪ ਅਰਦਾਸ ਕਰੇ 6 ਪੌੜੀਆਂ ਆਨੰਦ ਸਾਹਿਬ ਜੀ ਦੀਆਂ ਪੜ੍ਹ ਕੇ, ਪਹਿਲੀਆਂ 5 ਤੇ 40ਵੀਂ ਪੌੜੀ ਜੋ ਅੰਤਲੀ ਹੈ। ਜਦੋਂ ਆਪਾਂ ਆਨੰਦ ਸਾਹਿਬ ਪੜ੍ਹਦੇ ਹਾਂ ਸਵੇਰ ਨੂੰ, ਉਦੋਂ ਤੇ 40 ਪੌੜੀਆਂ ਪੜ੍ਹਦੇ ਹਾਂ, ਪਰ ਜਦੋਂ ਅਰਦਾਸ ਕਰਨੀ ਹੁੰਦੀ ਹੈ ਕੜਾਹ ਪ੍ਰਸ਼ਾਦ ਵਾਸਤੇ, ਉਦੋਂ ਪਹਿਲੀਆਂ 5 ਪੌੜੀਆਂ ਤੇ ਅੰਤਲੀ 4ਵੀਂ ਪੌੜੀ ਜਿਹੜੀ ਹੈ ਆਨੰਦ ਸੁਨੋ ਵਡਭਾਗੀਓ ਵਾਲੀ, ਇਹ ਪੜ੍ਹਨੀ ਹੁੰਦੀ ਹੈ। ਉਹਦੇ ਬਾਅਦ ਅਰਦਾਸਾ ਕੀਤਾ ਜਾਵੇ, ਫਿਰ ਹੁਕਮਨਾਮਾ ਲਿਆ ਜਾਵੇ, ਫਿਰ ਜਿਹੜਾ ਹੈ ਕੜਾਹ ਪ੍ਰਸ਼ਾਦ ਵਰਤਾਇਆ ਜਾਵੇ। ਇਸ ਤਰ੍ਹਾਂ
ਦੁੱਖ ਹੈ ਸੁਖ ਹੈ, ਮੈਂ ਤਾਨ ਦੀਵਾਨ ਤੂੰ ਹੈ ਮੇਰੇ ਸੁਆਮੀ। ਮੈਂ ਤੁਝ ਆਗੇ ਅਰਦਾਸ, ਮੈਂ ਹੋਰ ਥਾਉ ਨਾਹੀ, ਜਿਸ ਪਹਿ ਕਰੂੰ ਬੇਨੰਤੀ। ਮੇਰਾ ਦੁੱਖ ਸੁਖ ਤੁਝ ਹੀ ਪਾਸ, ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਇਸ ਤੋਂ ਵੱਡਾ ਕੋਈ ਹੈ ਹੀ ਨਹੀਂ। ਆਪਾਂ ਪਤਾ ਨਹੀਂ ਕਿੱਥੇ ਵੱਡੇ ਵਡੇਰੇ ਆਪਾਂ ਕਹਿੰਦੇ ਜਠੇਰਿਆਂ ਤੇ ਜਾਣਾ ਆਦਿਕ ਉਹ ਮੁਬਾਰਕ, ਪਰ ਸਿੱਖ ਦਾ ਧਰਮ ਨਹੀਂ ਸੀ ਜਠੇਰੇ ਪੂਜਣੇ, ਕਿਉਂਕਿ ਕਿਸੇ ਨੂੰ ਕਹੋਗੇ ਲੜਾਈ ਕਰੇਗਾ, ਗੁੱਸਾ ਹੋ ਜਾਵੇਗਾ। ਪਰ ਸਿੱਖ ਦਾ ਧਰਮ ਨਹੀਂ ਸੀ ਜਠੇਰੇ ਪੂਜਣੇ। ਜੇ ਕਿਸੇ ਵੱਡੇ ਨੂੰ ਵੀ ਪੂਜਣਾ ਸੀ ਤੇ ਫਿਰ ਇੱਧਰ ਆ ਜਾਂਦਾ ਜਾਹਰ ਪੀਰ ਜਗਤ ਗੁਰ ਬਾਬਾ, ਬਾਬੇ ਦੇ ਘਰ 'ਚ ਆ ਜਾਂਦਾ। ਇਸ ਤੋਂ ਵੱਡਾ ਕੋਈ ਘਰ ਨਹੀਂ। ਇੱਥੇ ਵੀ ਸਿੰਘਾਂ ਨੇ ਗੁਰੂ ਕੀ ਸੰਗਤ ਜੀ ਜਦੋਂ ਹੁਣ ਸਰਹੰਦ ਜਿਹੜੀ ਹੈ ਉਹਨੂੰ ਲੁੱਟਣਾ ਹੈ ਜਾਂ ਫਤਿਹ ਕਰਨਾ ਹੈ, ਕੋਈ ਵੀ ਕਾਰਜ ਕਰਨ ਲੱਗੇ, ਸਿੱਖ ਲਈ ਅਰਦਾਸ ਬੜੀ ਜ਼ਰੂਰੀ ਸੀ। ਇਸ ਕਰਕੇ ਇਹਨਾਂ ਨੇ ਵੀ ਪਹਿਲਾਂ ਜਿਹੜੀ ਹੈ ਸਿੰਘਨ ਕਰੀ ਥੀ ਪ੍ਰਥਮ ਅਰਦਾਸ। ਸਿੰਘਾਂ ਨੇ ਸਭ ਤੋਂ ਪਹਿਲਾਂ ਅਰਦਾਸ ਕੀਤੀ ਹੈ ਜੀ। ਤੇ ਨਾਲ ਇਹ ਵਚਨ ਹੋ ਗਿਆ ਸੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਉਸ ਸਮੇਂ ਜਦੋਂ ਫਰਜ਼ੰਦ ਨੀਹਾਂ 'ਚ ਖਿਲਾਰੇ ਗਏ ਨਾ, ਗੁਰੂ ਕੀ ਸੰਗਤ ਜੀ ਨੂਰੇ ਮਾਹੀ ਨੇ ਦੱਸਿਆ ਤੇ ਪਾਤਸ਼ਾਹ ਜੀ ਨੇ ਕਿਹਾ ਸੀ ਵੀ ਜਿਹੜਾ ਇਹਦੀ ਰਾਖੀ ਕਰੇਗਾ ਨਾ ਸਰਹੰਦ ਦੀ, ਉਹ ਵੀ ਨਾਸ਼ ਹੋ ਜਾਵੇਗਾ। ਸਰਹੰਦ ਤੇ ਨਾਸ਼ ਹੋਣੀ ਹੀ ਹੋਣੀ ਹੈ, ਪਰ ਜਿਹੜਾ ਇਹਦੀ ਰਾਖੀ ਲਈ ਬੈਠੇਗਾ ਨਾ ਉਹ ਵੀ ਨਾਸ਼ ਹੋ ਜਾਵੇਗਾ। ਤੇ ਪਹਿਲੀ ਵਾਰ ਸਰਹੰਦ ਬਾਬੇ ਫਤਿਹ ਸਿੰਘ ਵਾਹਿਗੁਰੂ ਬਾਬਾ ਬੰਦਾ ਸਿੰਘ ਬਹਾਦਰ ਨੇ ਫਤਿਹ ਕੀਤੀ ਸੀ, ਪਰ ਉਦੋਂ ਉਹਨੇ ਪੂਰੀ ਜਿਹੜੀ ਸੀ ਨਾ ਤੈਸ਼ ਨੈਸ਼ ਨਹੀਂ ਕੀਤੀ। ਉਹਨੇ ਸੋਚਿਆ ਸੀ ਕਿ ਮੈਂ ਇੱਥੇ ਆਪਣਾ ਡੇਰਾ ਕਰ ਲਵਾਂਗਾ, ਰਾਜ ਭਾਗ ਸਾਂਭਾਂਗਾ, ਪਰ ਸਮਾਂ ਇਹੋ ਜਿਹਾ ਬਣਿਆ ਕਿ ਉਹ ਇੱਥੇ ਕਦੀ ਉਹਨੇ ਰਾਜ ਨਹੀਂ ਕੀਤਾ। ਜਦੋਂ ਇੱਥੋਂ ਜਮਨਾ ਨਗਰ ਤੋਂ ਆਪਾਂ ਜਗਾਦਰੀ ਨੂੰ ਜਾਈਏ ਤੇ ਜਗਾਦਰੀ ਤੋਂ 20 ਕਿਲੋਮੀਟਰ ਇੱਕ ਨਗਰ ਪੈਂਦਾ ਹੈ ਕਪਾਲ ਮੋਚਨ, ਤੇ ਕਪਾਲ ਮੋਚਨ ਤੋਂ ਉੱਪਰ ਪਹਾੜੀਆਂ ਨੂੰ ਹੋਰ 17 ਕਿਲੋਮੀਟਰ ਤਾਂ ਨੂੰ ਚਲੇ ਜਾਈਏ ਤੇ ਇੱਕ ਨਗਰ ਪੈਂਦਾ ਹੈ ਮੁਖਲਸਗੜ੍ਹ। ਇਹ ਇਸਲਾਮੀ ਮਤ ਦਾ ਨਾਂ ਸੀ। ਤੇ ਜਦੋਂ ਬਾਬੇ ਬੰਦੇ ਬਹਾਦਰ ਨੇ ਸਰਹੰਦ ਨੂੰ ਫਤਿਹ ਕੀਤਾ ਤੇ ਖਾਲਸੇ ਦੀ ਪਹਿਲੀ ਰਾਜਧਾਨੀ ਇਸ ਮੁਖਲਸਗੜ੍ਹ ਨੂੰ ਬਣਾਇਆ ਤੇ ਇਹਦਾ ਨਾਂ ਰੱਖਿਆ ਸੀ ਲੋਹਗੜ੍ਹ। ਉੱਥੇ ਲੋਹਗੜ੍ਹ ਦਾ ਕਿਲ੍ਹਾ ਬਣਾ ਕਰਕੇ ਇਸ ਰਾਜਧਾਨੀ ਨੂੰ ਲੋਹਗੜ੍ਹ ਰਾਜਧਾਨੀ ਸਿੱਖਾਂ ਦੀ ਪੰਜਾਬ ਦੀ ਪਹਿਲੀ ਰਾਜਧਾਨੀ ਇਹ ਬਣੀ ਉਸ ਸਮੇਂ। ਹੁਣ ਤੇ ਚਲੋ ਉੱਥੇ ਕਿਲ੍ਹਾ ਨਹੀਂ ਹੈਗਾ, ਉਹਦੀਆਂ ਨੀਹਾਂ ਦਿਖਦੀਆਂ ਹਨ, ਗੁਰਦੁਆਰੇ ਬਣੇ ਹੋਏ ਨੇ। ਇਸ ਤਰ੍ਹਾਂ ਇੱਥੇ ਜਿਹੜਾ ਵੀ ਕੋਈ ਆਉਂਦਾ ਸੀ ਰਾਜ ਭਾਗ ਕਰਨ ਵਾਸਤੇ, ਬਾਬੇ ਦਾ ਬਚਨ ਸੀ ਕਿ ਉਹ ਜਿਹੜਾ ਸੀ ਰਾਜ ਨਹੀਂ ਕਰ ਸਕਦਾ, ਉਹਦਾ ਵੀ ਜਿਹੜਾ ਹੈ ਇੱਥੇ ਤੈਸ਼ ਨੈਸ਼ ਹੋ ਜਾਵੇਗਾ। ਇੱਥੇ ਬੜਾ ਭਾਰੀ ਗਜਬ ਹੋਇਆ ਹੈ, ਕਿਉਂਕਿ ਇੱਥੇ ਖੂਨ ਡੁੱਲਿਆ ਹੈ। ਇਸ ਕਰਕੇ ਗੁਰੂ ਜੀ ਨੇ ਉਸ ਸਮੇਂ ਜਦੋਂ ਬੱਚਿਆਂ ਦਾ ਹਾਲ ਸੁਣਿਆ ਨੂਰੇ ਮਾਹੀ ਦੇ ਕੋਲੋਂ ਗੁਰੂ ਕੀ ਸੰਗਤ ਜੀ, ਤੇ ਕਦੀ ਵੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਮਾਲਕ ਨੂੰ ਉਲਾਂਭਾ ਨਹੀਂ ਸੀ ਦਿੱਤਾ, ਪਰ ਸਰਹੰਦ ਬਾਰੇ ਜ਼ਰੂਰ ਕਿਹਾ ਸੀ ਜਿਨ੍ਹਾਂ ਨੇ ਇਹ ਕਹਿਰ ਕਮਾਇਆ ਹੈ ਉਹਨਾਂ ਦੀ ਜੜ ਨਹੀਂ ਰਵੇਗੀ। ਇਸ ਤਰ੍ਹਾਂ ਆਂਦੇ ਗੁਰੂ ਜੀ ਜਿਹੜੇ ਸਨ ਬੜੇ ਚਿਰ ਬਾਅਦ ਮੂੰਹ ਇਹ ਬਚਨ ਉਹਨਾਂ ਨੂੰ ਬੋਲਣੇ ਪਏ। ਕਹਿੰਦੇ ਸਿੰਘ ਹੁਣ ਕਹਿੰਦੇ ਨੇ ਕਿ ਗੁਰੂ ਜੀ ਦੇ ਵੀ ਇਹ ਬਚਨ ਸਨ ਤੇ ਸਾਨੂੰ ਵੀ ਇੱਦਾਂ ਹੀ ਮਹਿਸੂਸ ਹੈ, ਸਾਡਾ ਹਿਰਦਾ ਇਸ ਤਰ੍ਹਾਂ ਹੀ ਅੰਦਰੋਂ ਜਿਹੜਾ ਹੈ ਕਲਪਦਾ ਹੈ ਜਦੋਂ ਉਹਨਾਂ ਪਿਆਰਿਆਂ ਦਾ ਉਹ ਅਸਥਾਨ ਦੇਖਦੇ ਹਾਂ। ਇਸ ਸਰਹੰਦ ਵੱਲ ਜਦੋਂ ਅੱਖਾਂ ਜਿਹੜੀਆਂ ਨੇ ਖੋਲ੍ਹੀ ਦੀਆਂ ਨੇ ਤੇ ਸਾਨੂੰ ਉਹ ਜ਼ਾਲਮ ਨਜ਼ਰੀ ਆਉਂਦਾ ਹੈ। ਇਹ ਬਾਬੇ ਦੇ ਘਰ ਦੇ ਵਿੱਚ ਬੜਾ ਵੱਡਾ ਕਹਿਰ ਸੀ ਕਿ 5 ਸਾਲ ਤੇ 7 ਸਾਲ ਦੇ ਛੋਟੇ ਫਰਜ਼ੰਦ ਬਾਬਾ ਜੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ, ਮਾਤਾ ਗੁਜਰ ਕੌਰ ਜੀ ਨੂੰ ਜ਼ਾਲਮਾਂ ਨੇ ਸ਼ਹੀਦ ਕੀਤਾ ਸੀ। ਇਸ ਕਰਕੇ ਕਹਿੰਦੇ ਪਏ ਨੇ ਕਿ ਸਾਨੂੰ ਵੀ ਜਿਹੜਾ ਹੈ ਨਾ ਇਸ ਪਰ ਵਾਹਿਗੁਰੂ ਵੱਡੋ ਕਹਿਰ ਹੈ ਇਸ ਜਗ ਭਇਆ। ਇਸ ਸਰਹੰਦ ਦੇ ਉੱਤੇ ਉਸ ਸਮੇਂ ਇਸ ਜਗਤ ਨੂੰ ਬੜਾ ਵੱਡਾ ਕਹਿਰ ਜਿਹੜਾ ਸੀ ਝੱਲਣਾ ਪਿਆ। ਤੇ ਉਦੋਂ ਜ਼ਾਲਮਾਂ ਨੇ ਨਿਰਦੋਸ਼ ਬਾਲਕਾਂ ਨੂੰ ਫੜ ਕਰਕੇ ਸਾਹਿਬਜ਼ਾਦਿਆਂ ਨੂੰ
ਆਂਦੇ ਸਨ ਜਿੱਥੇ ਨੀਹਾਂ 'ਚ ਸ਼ਹੀਦ ਕੀਤਾ, ਬਾਅਦ 'ਚੋਂ ਉਹਨਾਂ ਦਾ ਸੀਸ ਵੀ ਧੜ ਨਾਲੋਂ ਜਿਹੜਾ ਹੈ ਅਲੱਗ ਕੀਤਾ ਗਿਆ ਸੀ। ਉਹਦੇ ਵਿਚਾਰੇ ਮਾਸੂਮ ਬੱਚੇ ਸਨ, ਹਾਲਾਂਕਿ ਉਹ ਰੱਬੀ ਰੂਹਾਂ ਸਨ, ਪਰ ਕਦੇ ਵੀ ਉਹਨਾਂ ਬੱਚਿਆਂ ਨੇ ਨਾ ਆਪਣੇ ਮੁਖਾਰ ਬਿੰਦ ਤੋਂ ਕਿਸੇ ਨੂੰ ਮਾੜਾ ਬਚਨ ਨਹੀਂ ਸੀ ਬੋਲਿਆ। ਇਹ ਸਿੰਘ ਆਪਸ ਦੇ ਵਿੱਚ ਗੱਲਬਾਤ ਹੁਣ ਕਰ ਰਹੇ ਨੇ। ਗੁਰੂ ਕੀ ਸੰਗਤ ਜੀ ਸੁਣੋ, ਕਹਿੰਦੇ ਕਿ ਉਹ ਬੱਚੇ ਤੇ ਬੜੇ ਮਾਸੂਮ ਸਨ, ਉਹਨਾਂ ਬੱਚਿਆਂ ਨੇ ਕਦੀ ਮਾੜਾ ਅਲਫਾਜ਼ ਮੂੰਹ ਚੋਂ ਨਹੀਂ ਸੀ ਬੋਲਿਆ, ਪਰ ਫਿਰ ਵੀ ਇਹਨਾਂ ਜ਼ਾਲਮਾਂ ਨੇ ਐਡਾ ਵੱਡਾ ਜਿਹੜਾ ਸੀ ਉਦੋਂ ਕਹਿਰ ਕਮਾਇਆ ਹੈ ਜੀ। ਤੇ ਨਾ ਹੀ ਉਹਨਾਂ ਨੇ ਕੋਈ ਮਾਇਆ ਜਿਹੜੀ ਸੀ ਲੁਕਾ ਕੇ ਰੱਖੀ ਹੋਈ ਸੀ। ਕਹਿਰ ਤੇ ਕਈ ਵਾਰ ਇਸ ਤਰ੍ਹਾਂ ਵੀ ਢੱਟਦਾ ਹੈ ਨਾ ਕਿ ਕਿਸੇ ਦਾ ਹੱਕ ਮਾਰ ਲਈਏ, ਕਿਸੇ ਦਾ ਧਨ ਜਿਹੜਾ ਹੈ ਚੋਰੀ ਕਰਕੇ ਰੱਖਿਆ ਹੋਵੇ ਤੇ ਉਦੋਂ ਵੀ ਕਹਿਰ ਜਿਹੜਾ ਹੈ ਉਹ ਢੱਠ ਪੈਂਦਾ ਹੈ। ਜਿਸ ਤਰ੍ਹਾਂ ਮਾਲੀ ਸਿੰਘ ਨੇ ਧਨ ਜਿਹੜਾ ਸੀ ਉਹ ਲੁਕਾਇਆ ਤੇ ਦਿਲੇ ਰਾਮ ਨਵਾਬ ਬੇਗਮ ਦਾ ਜਿਹੜਾ ਦੀਵਾਨ ਸੀ ਕਸੂਰ ਦੇ ਵਿੱਚ ਆ ਕੇ ਲੁਕਿਆ। ਆਪਾਂ ਕਥਾ ਪਿੱਛੇ ਸਰਵਣ ਕੀਤੀ ਹੈ। ਫਿਰ ਇਹੋ ਜਿਹੇ ਜਿਨ੍ਹਾਂ ਨੇ ਧਨ ਕਮਾਏ ਚੋਰੀ ਦੇ, ਪਾਪ ਦੇ, ਜਾਰੀ ਦੇ, ਤੇ ਉਹਨਾਂ ਦਾ ਹਸ਼ਰ ਕੀ ਹੋਇਆ? ਉਹ ਧਨ ਉਹਨਾਂ ਦੇ ਕੋਲ ਵੀ ਨਹੀਂ ਰਿਹਾ। ਉਹਨਾਂ ਨੂੰ ਸਜ਼ਾਵਾਂ ਦੇਣੀਆਂ ਤੇ ਫਿਰ ਬਣਦੀਆਂ ਸਨ, ਪਰ ਜਿਨ੍ਹਾਂ ਨੇ ਕੋਈ ਮੰਦਾ ਮੂੰਹ ਦੇ ਵਿੱਚੋਂ ਜਿਹੜਾ ਹੈ ਅਲਫਾਜ਼ ਹੀ ਨਹੀਂ ਬੋਲਿਆ, ਜਿਨ੍ਹਾਂ ਨੇ ਕਦੀ ਕੋਈ ਚੋਰੀ ਜਾਂ ਧਨ ਇਹੋ ਜਿਹਾ ਲੁਕਾਇਆ ਹੀ ਨਹੀਂ, ਉਹਨਾਂ ਵਿੱਚ ਮਾਸੂਮਾਂ ਦਾ, ਬੱਚਿਆਂ ਦਾ ਕੀ ਦੋਸ਼ ਸੀ? 1400 ਸਿੱਖ ਆਂਦੇ ਉਸ ਸਮੇਂ 1400 ਸਿੱਖ ਜਦੋਂ ਸ਼ਹੀਦ ਹੋਏ ਨਾ ਬਾਬੇ ਸਰਹੰਦ ਦੇ ਵਿੱਚ, ਉਦੋਂ 1400 ਸਿੱਖ ਜਿਹੜਾ ਸੀ ਨਾ, ਸਿੱਖ ਪਰਿਵਾਰ ਕਹਿ ਲਈਏ, ਉਹ ਸਰਹੰਦ ਦੇ ਵਿੱਚ ਵਸਦੇ ਹੁੰਦੇ ਸਨ। ਉਹਨਾਂ ਦੇ ਵਿੱਚੋਂ ਵੀ ਕਿਸੇ ਨੇ ਜਿਹੜਾ ਹਾਂ ਦਾ ਨਾਰਾ ਨਹੀਂ ਮਾਰਿਆ। ਇੱਕ ਸੁਲੱਖਣ ਨਾਮ ਦਾ ਮਸੰਦ ਸੀ ਜਿਹੜਾ ਪ੍ਰਚਾਰ ਕਰਦਾ ਸੀ। ਮਸੰਦ ਦੇ ਅਰਥ ਜਿਹੜੇ ਸਨ ਪ੍ਰਚਾਰਕ ਸਨ। ਜਿਸ ਤਰ੍ਹਾਂ ਅੱਜ ਆਪਾਂ ਪ੍ਰਚਾਰਕ ਕਹਿ ਦਿੰਦੇ ਹਨ, ਉਹਨਾਂ ਸਮਿਆਂ 'ਚ ਮਸੰਦ ਦੀ ਪਰਿਭਾਸ਼ਾ ਪ੍ਰਚਾਰ ਕਰਨਾ ਸੀ ਤੇ ਗੁਰੂ ਘਰ ਦਾ ਪ੍ਰਚਾਰ ਕਰਕੇ ਤੇ ਗੁਰੂ ਘਰ ਵਾਸਤੇ ਉਗਰਾਹੀ ਕਰਨੀ, ਇਹ ਮਸੰਦਾਂ ਦਾ ਕੰਮ ਸੀ। ਤੇ ਉੱਥੋਂ ਹੀ ਉਹਨਾਂ ਦੀ ਉਪਜੀਵਕਾ ਜਿਹੜੀ ਹੈ, ਜਿਸ ਤਰ੍ਹਾਂ ਅੱਜ ਅਸੀਂ ਗੁਰੂ ਘਰਾਂ ਦੇ ਅੰਦਰ ਸੇਵਾਵਾਂ ਨਿਭਾ ਰਹੇ ਹਾਂ, ਜਿਸ ਦੇ ਬਦਲੇ ਸਾਨੂੰ ਜਿਹੜਾ ਹੈ ਪਰਿਵਾਰ ਪਾਲਣ ਵਾਸਤੇ, ਜਿਹੜਾ ਹੈ ਆਰਥਿਕ ਪੱਖ ਤੋਰਨ ਵਾਸਤੇ ਤਨਖਾਹ ਰੂਪ ਜਿਹਨੂੰ ਆਪਾਂ ਕਹਿ ਸਕਦੇ ਹਾਂ, ਉਹ ਭੇਟਾ ਦਿੱਤੀ ਜਾਂਦੀ ਹੈ, ਕਿਸੇ ਪ੍ਰੋਗਰਾਮ 'ਤੇ ਦਿੱਤੀ ਜਾਂਦੀ ਹੈ। ਪਰ ਜਿਸ ਥਾਲੀ ਦਾ ਖਾ ਰਹੇ ਹੈ, ਉਸ ਥਾਲੀ ਦਾ ਜੇ ਗੁਣਗਾਨ ਨਹੀਂ ਕੀਤਾ ਤੇ ਫਿਰ ਖਾਧਾ ਪੀਤਾ ਹਰਾਮ ਹੈ। ਇਸ ਕਰਕੇ ਉਹ ਪ੍ਰਚਾਰਕ ਦਾ ਧਰਮ ਹੈ, ਜਿੱਥੇ ਜਿਸ ਸੰਸਥਾ ਦੇ ਵਿੱਚ ਕੰਮ ਕਰਨਾ ਉਹਦਾ ਹੀ ਗੁਣਗਾਨ ਕਰਨਾ ਉਹਦੇ ਲਈ ਲਾਜ਼ਮੀ ਹੋ ਸਕਦਾ ਹੈ। ਹਾਂ, ਉਹ ਸੱਚ ਦਾ ਹੋਵੇ, ਝੂਠਾ ਨਾ ਹੋਵੇ। ਇੱਥੇ ਉਹ ਮਸੰਦ ਜਿਹੜਾ ਸੁਲੱਖਣ ਸੀ ਉਹ ਵੀ ਵਸਦਾ ਸੀ, ਪਰ ਇਹਨੇ ਵੀ ਕੁਝ ਨਾ ਕੀਤਾ ਜੀ। ਉਸ ਸਮੇਂ ਆਂਦੇ ਕਿ 1 ਕਰੋੜ ਰੁਪਈਆ ਸਾਹਿਬਜ਼ਾਦਿਆਂ ਨੂੰ ਬਚਾਉਣ ਵਾਸਤੇ ਵੀ ਜਿਹੜਾ ਸੀ ਨਾ ਆਫਰ ਕੀਤੀ ਗਈ ਸੀ ਜ਼ਾਲਮ ਨੂੰ ਕਿ ਇਹਨਾਂ ਨੂੰ ਛੱਡ ਦੇ, 1 ਕਰੋੜ ਰੁਪਈਆ ਤੈਨੂੰ ਦੇ ਦਿੰਦੇ ਹਾਂ ਸਰਹੰਦ ਦੇ ਸੂਬੇਦਾਰ, ਤਾਂ ਜੋ ਤੂੰ ਇਹ ਗਜ਼ਬ ਜਿਹੜਾ ਹੈ ਇਸ ਸਮੇਂ ਤੂੰ ਨਾ ਢਲ ਨਾ ਕਰ। ਪਰ ਉਹਨਾਂ ਨੇ ਨਾ ਮੰਨੀ ਕਹਿੰਦੇ ਤੇ ਸਾਹਿਬਜ਼ਾਦਿਆਂ ਦੀ, ਬਾਬਿਆਂ ਦੀ ਸ਼ਹੀਦੀ ਕਰ ਦਿੱਤੀ। ਤੇ ਗੁਰੂ ਜੀ ਦਾ ਇਹ ਵੀ ਬਚਨ ਹੋਇਆ ਸੀ ਉਸ ਸਮੇਂ ਕਿ ਜਿੱਥੇ ਸਰਹੰਦ ਲੁੱਟੀ ਜਾਵੇਗੀ, ਇਹ ਤੈਸ਼ ਨੈਸ਼ ਹੋਵੇਗੀ, ਇਸ ਧਰਤੀ ਦੇ ਉੱਤੇ ਗਧੇ ਜਿਹੜੇ ਨੇ ਉਹ ਹੱਲ ਚਲਾਉਣਗੇ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਤੇ ਜਦੋਂ ਹੁਣ ਸਿੰਘ ਲੁੱਟਣ ਆਏ ਨੇ ਸਰਹੰਦ ਨੂੰ ਤੇ ਲੁੱਟ ਵੀ ਰਹੇ ਨੇ, ਤੇ ਆਂਦੇ ਇਹਾਂ ਗਦਨ ਕੇ ਹਲ ਚਲਵਾਓ। ਫਿਰ ਆਂਦੇ ਸਿੱਖਾਂ ਨੂੰ ਇਹ ਕਿਹਾ ਗਿਆ ਕਿ ਇੱਥੇ ਜਿਹੜੇ ਨੇ ਗਧਿਆਂ ਦੇ ਪਿੱਛੇ ਹੱਲ ਪਾ ਕੇ ਉਹ ਚਲਾਉਣਾ ਕਰੋ ਜੀ। ਤੇ ਜਾਂਕੀ ਇੱਟ ਮੱਧ ਦਰ ਆਏ ਰੁੜਾਇਓ। ਬਿਆਸ, ਸਤਲੁਜ, ਘੱਗਰ, ਜਮਨਾ ਇਹ ਪ੍ਰਸਿੱਧ ਨਦੀਆਂ ਰਹੀਆਂ ਪੰਜਾਬ ਦੀਆਂ। ਜਿੱਥੇ ਵੱਡੇ ਦਰਿਆ ਨੇ 2, ਬਿਆਸ ਤੇ ਸਤਲੁਜ, ਉੱਥੇ ਘੱਗਰ ਵੀ ਨਦੀ ਹੈ ਤੇ ਜਮਨਾ ਵੀ ਨਦੀ ਹੈ। ਅੱਜ ਤੋਂ 130 ਜਾਂ 40 ਸਾਲ ਪਹਿਲਾਂ ਪੁਰਾਣੇ ਬਜ਼ੁਰਗਾਂ ਤੋਂ ਸੁਣਦੇ ਆਏ ਹਾਂ ਕਿ ਜਿੰਨੇ ਵੀ ਸਰਹੰਦ ਦੇ ਵਿੱਚ ਜਾਣਾ ਉਹ ਹੋਲੇ ਮੁਹੱਲੇ ਤੇ ਜਾਵੇ, ਉਹ ਵਿਸਾਖੀ ਤੇ ਜਾਵੇ, ਕਿਉਂਕਿ ਪੁਰਬਾਂ ਦੇ ਉੱਤੇ ਜਾ ਹੁੰਦਾ ਸੀ।
ਅੱਜ ਤੇ ਵਾਹਿਗੁਰੂ ਸਾਡੇ ਕੋਲ ਸੁਵਿਧਾਵਾਂ ਬੜੀਆਂ ਹੋ ਗਈਆਂ। ਅੱਧੇ ਪੌਣੇ ਘੰਟੇ ਦੇ ਵਿੱਚ ਜਿਹੜਾ ਹੈ ਜਹਾਜ਼ ਹੋਏ ਤੇ ਮੇਰੇ ਖਿਆਲ ਇੰਨਾ ਟਾਈਮ ਵੀ ਨਹੀਂ ਲੱਗਦਾ। ਆਪਣੀ ਗੱਡੀ ਹੋਏ ਤੇ ਘੰਟੇ 'ਚ ਇੱਥੋਂ ਸਰਹੰਦ ਚਲੇ ਜਾਈਦਾ। ਉਹਨਾਂ ਸਮਿਆਂ ਦੇ ਅੰਦਰ ਜਿਹੜਾ ਸਰਹੰਦ ਨੂੰ ਜਾਂਦਾ ਸੀ, ਬਜ਼ੁਰਗ ਦੱਸਦੇ ਹੁੰਦੇ ਹਨ ਕਿ ਹਰ ਇੱਕ ਨੇ ਨਾ 5-5 ਇੱਟਾਂ 2-2 ਇੱਟਾਂ ਆਪਣੇ ਨਾਲ ਲੈ ਆਉਣਾ। ਜੇ ਕੋਈ ਉੱਧਰੋਂ ਜਮਨਾ ਨਗਰ ਵੱਲੋਂ ਘੱਗਰ ਨਦੀ ਨੂੰ ਟੱਪਦਾ ਹੈ ਉੱਥੇ ਸੁੱਟ ਦੇਣੀਆਂ। ਜੇ ਇੱਧਰੋਂ ਪੰਜਾਬ ਵੱਲ ਨੂੰ ਕੋਈ ਵਾਪਸ ਮੁੜਿਆ, ਸਤਲੁਜ ਤੱਕ ਆ ਗਿਆ, ਦੁਆਬੇ 'ਚ ਟਿਕ ਗਿਆ, ਤਿੱਥੋਂ ਦੁਆਬੇ ਤੋਂ ਕੋਈ ਮਾਝੇ ਨੂੰ ਚੱਲਾ ਤੇ ਉਹਨੇ ਬਿਆਸ 'ਚ ਸੁੱਟ ਦੇਣੀਆਂ। ਇਹ ਗੁਰੂ ਦਾ ਵਾਰਸ ਸੀ ਵੀ ਇੱਥੇ ਇੱਟ ਵੀ ਨਹੀਂ ਰਹੇਗੀ। ਇਹਦਾ ਇੱਟਾਂ ਪੁੱਟ ਕੇ ਸਰਹੰਦ ਜਿਹੜੀ ਹੈ ਨਾ ਉਹਦਾ ਤੈਸ਼ ਨੈਸ਼ ਹੋ ਗਿਆ। ਜਦੋਂ 1900 ਦੇ ਲਾਗੇ ਈਸਟ ਇੰਡੀਆ ਕੰਪਨੀ ਭਾਰਤ ਦੇ ਵਿੱਚ ਆਈ ਤੇ ਉਹਨੇ ਰੇਲਵੇ ਲਾਈਨ ਵਿਛਾਈ। ਉਹ ਰੇਲਵੇ ਲਾਈਨ ਜਦੋਂ ਵਿਛਾਉਂਦੇ ਹਨ ਤੇ ਇਹ ਵੀ ਆਉਂਦਾ ਹੈ ਸੁਣਨ ਦੇ ਵਿੱਚ ਕਿ ਉੱਥੇ ਫਿਰ ਜਿਹੜੀ ਸੀ ਨਾ ਇਹ ਇੱਟ ਜਿਹੜੀ ਇਸਤੇਮਾਲ ਕੀਤੀ ਗਈ, ਕਿਉਂਕਿ ਇਹ ਨਾ ਆਪਣੇ ਸਰਹੰਦੀ ਇੱਟ ਸੀ ਤੇ ਇਹਦੀ ਮਜ਼ਬੂਤੀ ਬੜੀ ਸੀ। ਜਦੋਂ ਇਹ ਪੁੱਟਦੇ ਸਨ ਨੀਹਾਂ ਨੂੰ ਜਾਂ ਆਦਿਕ ਹੋਰ ਥਾਵਾਂ ਨੂੰ ਸਰਹੰਦ ਦੀਆਂ ਨੂੰ, ਤੇ ਅੱਜ ਕੱਲ੍ਹ ਤੇ ਤੁਸੀਂ ਦੇਖੋ ਪੱਥਰ ਦੇ ਕੰਕਰੀਟ ਜਿਹੜੇ ਮੋਟੇ ਹਨ ਉਹ ਪੈਣ ਬਹਿ ਗਏ ਰੇਲਵੇ ਲਾਈਨ ਦੇ ਵਿੱਚ। ਉਦੋਂ ਇਹ ਇੱਟ ਜਿਹੜੀ ਪੁੱਟ ਕੇ ਨਾ ਤੋੜ ਕੇ ਇਹਦੇ ਰੋੜੇ ਬਣਾ ਕਰਕੇ ਉਸ ਰੇਲਵੇ ਪਟੜੀ ਦੇ ਵਿੱਚ ਜਿਹੜੇ ਸਨ ਥੱਲੇ ਰੇਲਵੇ ਨੂੰ ਮਜ਼ਬੂਤ ਕਰਨ ਲਈ ਪਾਏ ਗਏ ਸਨ। ਇਸ ਤਰ੍ਹਾਂ ਹੌਲੀ ਕਰਕੇ ਕਾਫੀ ਸਮਾਂ ਲੱਗਾ। ਇਹ ਪੁਰਾਣੀ ਇੱਟ ਜਿਹੜੀ ਸੀ ਉੱਥੋਂ ਗਾਇਬ ਹੋ ਗਈ ਸੀ। ਤਾਂ ਹੀ ਇੱਥੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਉਹ ਬਚਨ ਸੱਚ ਹੁੰਦੇ ਸਨ ਕਿ ਇੱਥੇ ਇੱਟ ਵੀ ਨਹੀਂ ਰਹੇਗੀ। ਜਿੱਥੇ ਜ਼ਾਲਮ ਨੇ ਐਡਾ ਵੱਡਾ ਕਹਿਰ ਜਿਹੜਾ ਹੈ ਵਰਤਾਇਆ ਹੈ ਜੀ। ਐਸੇ ਕਰਕੇ ਗੁਰਮਤਿ ਤੋਂ ਬੜੇ ਕਿਲੇ ਮਦ ਆਏ। ਏਦਾਂ ਆਪਸ ਦੇ ਵਿੱਚ ਸਿੰਘ ਜਿਹੜੇ ਨੇ ਗੱਲਾਂ ਵੀ ਕਰਦੇ ਨੇ ਤੇ ਏਦਾਂ ਉੱਥੇ ਹੋਇਆ ਸੀ ਉਹਨਾਂ ਸਮਿਆਂ ਦੇ ਅੰਦਰ। ਬਾਬੇ ਨੇ ਜਿਹੜੇ ਨੇ ਇਹ ਬਚਨ ਕੀਤੇ ਸਨ, ਇੱਟ ਨਹੀਂ ਰਵੇਗੀ, ਸਰਹੰਦ ਉੱਜੜ ਜਾਵੇਗੀ, ਇੱਥੇ ਗਧੇ ਜਿਹੜੇ ਨੇ ਉਹ ਹੱਲ ਚਲਾਇਆ ਕਰਨਗੇ ਆਦਿਕ। ਫਿਰ ਇਹਨਾਂ ਨੇ ਜਿਹੜਾ ਹੈ ਸਰਹੰਦ ਦੇ ਕਿਲੇ ਦੇ ਉੱਤੇ ਹੁਣ ਗੁਰੂ ਕੀ ਸੰਗਤ ਜੀ ਹੱਲਾ ਕੀਤਾ ਹੈ। ਤੇ ਜਿੱਥੇ ਕੋਈ ਸਿੱਖ ਬੈਠਾ ਸੀ, ਸਿੰਘ ਬੈਠਾ ਸੀ, ਉਧਰੋਂ ਹੀ ਉਹ ਆਪਣਾ ਦਾ ਜਿਹੜਾ ਸੀ ਲੁੱਟਣ ਦਾ ਲਾਈ ਜਾ ਰਿਹਾ ਸੀ। ਤੇ ਆਂਦੇ ਹੁਣ ਇਹੀ ਬਾਤ ਜਿਹੜੀ ਸੀ ਨਾ ਖਾਲਸੇ ਨੇ ਪੱਕੀ ਕਰਕੇ ਭਾਰੀ ਹੱਲਾ ਕਰ ਦਿੱਤਾ। ਤੇ ਚੱਪਾ ਕੋਟ ਜਿਹੜਾ ਸੀ ਸਿੰਘਾਂ ਨੇ ਆਪਸ ਦੇ ਵਿੱਚ ਜਗ੍ਹਾ ਵੰਡ ਲਈ ਵੀ ਤੂੰ ਇਧਰੋਂ ਹਮਲਾ ਕਰ, ਤੂੰ ਇਧਰੋਂ ਹਮਲਾ ਕਰ ਭਈ। ਜਿਸ ਤਰ੍ਹਾਂ ਇੱਕ ਸਮੇਂ ਲੰਕਾ ਨੂੰ ਜਿਹੜਾ ਸੀ ਢਾਹ ਦਿੱਤਾ ਗਿਆ ਸੀ, ਏਦਾਂ ਸਿੰਘਾਂ ਨੇ ਅੱਜ ਜਿਹੜੀ ਸਰਹੰਦ ਜਿਹੜੀ ਹੈ ਇੱਕ ਉਦਾਹਰਨ ਮਾਤਰ ਹੈ। ਤੇ ਉਦਾਹਰਨ ਹਮੇਸ਼ਾ ਹੀ ਜਿਹੜੀ ਹੈ ਉਹ ਸਮਝਣ ਯੁਕਤ ਹੁੰਦੀ ਹੈ ਗੱਲ। ਇੱਥੇ ਗੁਰਮਤਿ ਦਾ ਬੇਸ ਨਹੀਂ ਹੈ। ਲੰਕਾ ਦੇ ਨਾਲ ਆਪਾਂ ਗੁਰਮਤਿ ਨੂੰ ਨਹੀਂ ਜੋੜ ਸਕਦੇ। ਬਾਬਾ ਜਿਹੜਾ ਹੈ ਸਭ ਤੋਂ ਵੱਡਾ ਹੈ। ਇੱਥੇ ਜਦੋਂ ਧਰਮ ਤੁਲਾਤਮਕ ਅਧਿਐਨ ਕਰਾਂਗੇ ਉਦੋਂ ਧਰਮ ਨੂੰ ਜਿਹੜਾ ਹੈ ਸਟੱਡੀ ਦੇ ਵਿੱਚ ਚੱਲਾਂਗੇ। ਹਰ ਇੱਕ ਧਰਮ ਦੀ ਸਟੱਡੀ ਉਹਨੂੰ ਤੁਲਾਤਮਕ ਅਧਿਐਨ ਕਹਿ ਦਿੰਦੇ ਹਾਂ। ਉਹਦੇ ਵਿੱਚ ਜਿਹੜਾ ਹੈ ਉਦਾਹਰਨਾਂ ਤਾਂ ਲਈਆਂ ਜਾ ਸਕਦੀਆਂ ਹਨ ਕਿਸੇ ਗੱਲ ਨੂੰ ਸਮਝਣ ਵਾਸਤੇ, ਪਰ ਗੁਰਮਤਿ ਨੂੰ ਉੱਥੇ ਪਰਫੈਕਟ ਜਿਹੜਾ ਹੈ ਬਿਠਾਇਆ ਨਹੀਂ ਜਾ ਸਕਦਾ। ਗੁਰਮਤਿ ਉੱਚੀ ਹੈ। ਬਸ ਇੱਕ ਸੰਕੇਤ ਮਾਤਰ ਇੱਥੇ ਲੰਕਾ ਦਾ ਹਵਾਲਾ ਦਿੱਤਾ। ਕਹਿਣ ਲੱਗੇ ਕਿ ਇਦਾਂ ਹੀ ਫਿਰ ਸਿੰਘਾਂ ਨੇ ਸਰਹੰਦ ਜਿਹੜੀ ਹੁਣ ਉਜਾੜੀ ਹੈ ਜੀ। ਕਿਸੇ ਦੇ ਹੱਥ ਦੇ ਵਿੱਚ ਆਂਦੇ ਹਥੌੜੇ ਸਨ, ਕਿਸੇ ਦੇ ਸੱਬਲ ਸਨ, ਕਿਸੇ ਤੇ ਜਿਹੜੀਆਂ ਗੰਦਈਆਂ ਹੁੰਦੀਆਂ ਨੇ ਮਿੱਟੀ ਪੁੱਟਣ ਵਾਸਤੇ ਆਦਿਕ, ਜੋ ਕਿਸੇ ਦੇ ਹੱਥ ਲੱਗਾ ਉਹਦੇ ਨਾਲ ਹੀ ਸਰਹੰਦ ਤੋੜੀ ਜਾ ਰਹੇ ਹਨ ਸਿੱਖ ਜੀ। ਜਿਵੇਂ ਪਹਿਲਾਂ ਹੀ ਸਿੰਘਾਂ ਨੇ ਕੋਈ ਕਰਾਰ ਆਪਸ ਦੇ ਵਿੱਚ ਕਹਿ ਲਈਏ ਗੱਲਬਾਤ ਕੀਤੀ ਹੈ ਕਿ ਆਪਾਂ ਜਿਹੜੀ ਹੈ ਸਰਹੰਦ ਏਦਾਂ ਜਿਹੜੀ ਹੈ ਤੋੜ ਦੇਣੀ ਹੈ, ਤਹਿਸ਼ ਨਹਿਸ਼ ਕਰ ਦੇਣੀ ਹੈ ਜੀ। ਤੇ ਸਾਰੇ ਜਿਹੜੇ ਨੇ ਆਪਣਾ ਬੂਹਾ ਬਣਾ ਕਰਕੇ ਕਿਲੇ ਦਾ ਸਰਹੰਦ ਨੂੰ ਕਿਲੇ ਨੂੰ ਜਿਹੜੇ ਨੇ ਲੁੱਟ ਰਹੇ ਹਨ ਜੀ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਇੱਥੇ ਗਧੇ ਜਿਹੜੇ ਨੇ ਉਹ ਹੱਲ ਵਾਹਣਗੇ। ਉਹ ਬਚਨ ਸੱਚ ਹੋਣ ਲੱਗਾ। ਆਂਦੇ ਸਿੰਘਾਂ ਨੇ ਜਦੋਂ ਹੁਣ ਤੀਜੀ ਵਾਰ ਸਰਹੰਦ ਫਤਿਹ ਹੋਣ ਲੱਗੀ ਹੈ ਜੀ, ਤੇ ਜਦੋਂ ਇਹ ਹੈ 1763 ਦਾ ਵਾਕਿਆ, ਜਿਹਨੂੰ ਆਪਾਂ ਬਿਕਰਮੀ ਸੰਮਤ ਦੇ ਵਿੱਚ 1820 ਦਾ ਕੱਲ੍ਹ ਵੀ ਆਪਾਂ ਬਿਆਨ ਕੀਤਾ ਸੀ ਪਿਛਲੀ ਕਥਾ ਦੇ ਵਿੱਚ। 1763 ਦੇ ਵਿੱਚ ਸਿੱਖਾਂ ਨੇ ਜਦੋਂ ਤੀਜੀ ਵਾਰ ਹੁਣ ਸਰਹੰਦ ਜਿਹੜੀ ਹੈ ਫਤਿਹ ਕੀਤੀ ਹੈ
ਤੇ ਉਦੋਂ ਹੁਣ ਇਹਨਾਂ ਨੇ ਗਧੇ ਮੰਗਾ ਲਏ ਹਨ ਜੀ। ਹਲ ਬਨਾਏ ਤਹ ਦਏ ਬਗਾਏ। ਗੁਰੂ ਦਾ ਉਹ ਕਿਹਾ ਹੋਇਆ ਬਚਨ ਸੱਚਾ ਕਰ ਦਿੱਤਾ। ਇਹਨਾਂ ਦੇ ਪਿੱਛੇ ਹਲ ਜੋਤੇ ਹਨ ਤੇ ਜ਼ਮੀਨ ਵਾਹ ਦਿੱਤੀ ਹੈ। ਵੱਡੇ ਸਰਦਾਰ ਨੇ ਹੱਥ ਆਪ ਲਾਇਓ। ਤੇ ਉੱਥੇ ਜਿਹੜੇ ਵੱਡੇ ਸਰਦਾਰ ਸਨ, ਭਾਵ ਕਨਈਆ ਮਿਸਲ, ਸ਼ੁਕਰ ਚੱਕੀਆ ਮਿਸਲ, ਰਾਮਗੜੀਆ ਮਿਸਲ, ਆਲੂ ਵਾਲੀਆ ਮਿਸਲ, ਇਹਨਾਂ ਦੇ ਸਰਦਾਰ ਜੱਸਾ ਸਿੰਘ ਜੀ ਆਲੂ ਵਾਲੀਆ, ਜੈ ਸਿੰਘ ਜੀ ਕਨਈਆ, ਬਾਬਾ ਚੜ੍ਹ ਸਿੰਘ ਜੀ, ਬਾਬਾ ਜੱਸਾ ਸਿੰਘ ਜੀ ਰਾਮਗੜੀਆ ਆਦਿਕ, ਬਾਬਾ ਸ਼ਾਮ ਸਿੰਘ ਜੀ ਨਾਰੋਕੇ ਵਾਲੇ, ਸਰਦਾਰ ਕਰਮ ਸਿੰਘ ਜੀ ਨਕਈ ਮਿਸਲ ਵਾਲੇ, ਇਹਨਾਂ ਸਾਰੇ ਸਰਦਾਰਾਂ ਨੇ ਆਪ ਉਸ ਹਲ ਨੂੰ ਜਿਹੜਾ ਹੈ ਨਾ ਅੱਗੇ ਹੋ ਕੇ ਜਿਹੜਾ ਹੈ ਆਪ ਚਲਾਉਣਾ ਕੀਤਾ। ਸਤਿਗੁਰ ਬਚਨ ਹੈ ਪੰਥ ਕਮਾਇਓ। ਆਂਦੇ ਗੁਰੂ ਸਤਿਗੁਰੂ ਨੇ ਜਿਹੜੇ ਬਚਨ ਕਹੇ ਸਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਕਿ ਇੱਥੇ ਗਧਿਆਂ ਦੇ ਨਾਲ ਹਲ ਚੱਲਣਗੇ, ਅੱਜ ਉਹ ਖਾਲਸੇ ਪੰਥ ਨੇ ਜਿਹੜਾ ਹੈ ਸੱਚ ਕਰਕੇ ਦਿਖਾਉਣਾ ਕੀਤਾ ਹੈ। ਤੇ ਕਵੀ ਰਾਜ ਸ਼ਹੀਦ ਭਾਈ ਰਤਨ ਸਿੰਘ ਜੀ ਭੰਗੂ ਆਪਣੇ ਪਰਿਵਾਰ ਦਾ ਇੱਥੇ ਹਵਾਲਾ ਦੇ ਰਹੇ ਨੇ। ਆਂਦੇ ਜਦੋਂ ਇਸ ਸਮੇਂ 1763 ਦੇ ਵਿੱਚ ਇਸ ਤਰ੍ਹਾਂ ਸਿੰਘਾਂ ਨੇ ਕੀਤਾ, ਉਸ ਸਮੇਂ ਸਾਡਾ ਜਿਹੜਾ ਬਾਪ ਸੀ, ਸਾਡੇ ਜਿਹੜੇ ਪਿਤਾ ਸੀ ਨਾ, ਉਹ ਰਾਏ ਸਿੰਘ, ਉਹ ਵੀ ਇਸ ਮੁਹਿੰਮ ਦੇ ਵਿੱਚ ਨਾਲ ਸਨ ਜੀ। ਸੋ ਗੁਰੂ ਕੀ ਸੰਗਤ ਜੀ, ਜਿਸ ਤਰ੍ਹਾਂ ਮੇਰੇ ਪਿਤਾ ਨੇ, ਮੇਰੇ ਪੁਰਖਿਆਂ ਨੇ ਇਹ ਮੈਨੂੰ ਕਥਾ ਸੁਣਾਈ ਸੀ, ਮੈਂ ਗੁਰੂ ਕੀ ਸੰਗਤ ਵਾਸਤੇ, ਖਾਲਸਾ ਪੰਥ ਦਾ ਇਤਿਹਾਸ ਸਾਂਭਣ ਵਾਸਤੇ, ਕਿਉਂਕਿ ਜੁਗਾ ਜਗਾਂਤਰਾਂ ਤੱਕ ਫਿਰ ਖਾਲਸਾ ਆਪਣੇ ਵਿਰਸੇ ਤੋਂ ਜਾਲੂ ਜਿਹੜਾ ਹੈ ਹੁੰਦਾ ਰਹੇ, ਇਸ ਕਰਕੇ ਉੱਦਾਂ ਹੀ ਹੂਬਹੂ ਜਿਹੜੀ ਇਹ ਮੈਂ ਕਥਾ ਹੈ ਨਾ ਇੱਥੇ ਜਿਹੜੀ ਹੈ ਲਿਖ ਦਿੱਤੀ ਹੈ ਕਿ ਇਹ ਗੁਰੂ ਕੇ ਸਿੱਖੋ, ਜਦੋਂ ਜਦੋਂ ਤੁਸੀਂ ਆਪਣੇ ਇਤਿਹਾਸ ਨੂੰ ਸੁਣੋਗੇ, ਸਿੱਖਾਂ ਦੇ ਡੁੱਲੇ ਹੋਏ ਖੂਨ ਨੂੰ ਜਿਉਂ-ਜਿਉਂ ਤੁਸੀਂ ਨਕਮਸਤਕ ਹੋਵੇਗੇ, ਤੁਹਾਡਾ ਵੀ ਖੂਨ ਜਿਹੜਾ ਹੈ ਉਹ ਖੋਲਦਾ ਰਹੇ ਆਪਣੇ ਗੁਰੂ ਵਾਸਤੇ, ਆਪਣੇ ਸਿੱਖਾਂ ਵਾਸਤੇ। ਇਸ ਪ੍ਰਕਾਰ ਪਹਿਲਾਂ ਸਰਹੰਦ ਜਿਹੜੀ ਹੈ ਫਤਿਹ ਕੀਤੀ, ਉਪਰੰਤ ਸਿੰਘਾਂ ਨੇ ਗੁਰੂ ਦੇ ਕਹੇ ਹੋਏ ਬਚਨਾਂ ਨੂੰ ਜਿਹੜਾ ਹੈ ਸੱਚ ਕਰਕੇ ਵਿਖਾ ਕੇ ਉੱਥੇ ਗਧਿਆਂ ਦੇ ਨਾਲ ਹਲ ਚਲਾਏ ਤੇ ਸਰਹੰਦ ਜਿਹੜੀ ਹੈ ਪੂਰੀ ਤਰ੍ਹਾਂ ਉਸ ਸਮੇਂ 1763 ਦੇ ਵਿੱਚ ਗੁਰੂ ਕੀ ਸੰਗਤ ਜੀ ਤਹਿਸ਼ ਨਹਿਸ਼ ਕਰ ਦਿੱਤੇ। ਇੱਕ ਲੰਡਰ ਵਿਧੀ ਦੇ ਅਨੁਸਾਰ ਜਦੋਂ ਸਮੇਂ ਦੀ ਵੰਡ ਹੋਈ, ਉਹਦੇ ਵਿੱਚ ਫਿਰ ਦਿਨ, ਹਫ਼ਤੇ, ਮਹੀਨੇ, ਸਾਲ, ਸਦੀਆਂ ਦੀ ਗਿਣਤੀ ਹੋਈ ਤੇ ਇਸੇ ਵਿਧੀ ਰਾਹੀਂ ਫਿਰ ਜਦੋਂ ਦਿਨਾਂ ਮੁਕਰਰ ਹੋਏ ਤੇ ਉਹਦੇ ਵਿੱਚ ਹੀ ਫਿਰ ਉਹਨਾਂ ਧਰਮਾਂ ਦੇ ਇਤਿਹਾਸਕ ਦਿਹਾੜਿਆਂ ਨੂੰ ਵੀ ਸੂਚੀਬੱਧ ਕੀਤਾ ਗਿਆ, ਜਿੱਥੋਂ 2 ਕੈਲੰਡਰ ਜਿਹੜੇ ਸਨ ਸੰਸਥਾਪਿਤ ਹੋਏ, ਇੱਕ ਸੂਰਜੀ ਕੈਲੰਡਰ ਤੇ ਇੱਕ ਜਿਹੜਾ ਸੀ ਚੰਦਰਮਈ ਕੈਲੰਡਰ, ਜਿਹੜੇ ਅੱਗੇ ਚੱਲ ਕੇ 5 ਤਰ੍ਹਾਂ ਦੇ ਕੈਲੰਡਰ ਸਾਡੇ ਕੋਲ ਸੁਸ਼ੋਭਿਤ ਹੋਏ, ਜਿਨ੍ਹਾਂ ਦੇ ਵਿੱਚ ਆਪਾਂ ਇੱਕ ਬਿਕਰਮੀ ਸੰਮਤ ਕਹਿੰਦੇ ਹਾਂ, ਇੱਕ ਸਾਕਾ ਸੰਮਤ ਕਹਿੰਦੇ ਹਾਂ, ਇੱਕ ਈਸਵੀ ਸੰਮਤ ਕਹਿੰਦੇ ਹਾਂ, ਇੱਕ ਹਿਜਰੀ ਸੰਮਤ ਕਹਿੰਦੇ ਹਾਂ ਤੇ ਇੱਕ ਜਿਹੜਾ ਸੀ ਨਾਨਕ ਸ਼ਾਹੀ ਸੰਮਤ। ਇਹ 5 ਕੈਲੰਡਰ ਅੱਜ ਮੌਜੂਦ ਹਨ ਸੰਸਾਰ ਦੇ ਉੱਤੇ, ਜਿਨ੍ਹਾਂ ਦੇ ਵਿੱਚ ਜ਼ਿਆਦਾਤਰ ਬਿਕਰਮੀ ਸੰਮਤ, ਹਿਜਰੀ ਸੰਮਤ ਤੇ ਨਾਨਕ ਸ਼ਾਹੀ ਸੰਮਤ ਜਿਹੜਾ ਸੀ ਉਹ ਪ੍ਰਚਲਿਤ ਬਹੁਤ ਹੋਇਆ। ਜੋ ਅੱਜ ਦਾ ਪਾਵਨ ਪਵਿੱਤਰ ਦਿਹਾੜਾ ਆਪ ਜੀ ਮਨਾ ਰਹੇ ਹੋ, ਨਵਾਂ ਸਾਲ, ਉਸ ਦੇ ਬਾਬਤ ਬੇਨਤੀ ਹੈ ਕਿ ਜਦੋਂ ਬਿਕਰਮ ਦੱਤ ਰਾਜਾ ਬੜਾ ਨਿਆਂਕਾਰੀ ਸੀ ਤੇ ਇਹਦੀ ਹੀ ਯਾਦ ਦੇ ਵਿੱਚ ਇਹ ਬਿਕਰਮੀ ਸੰਮਤ ਜਿਹੜਾ ਸੀ ਉਹ ਸ਼ੁਰੂ ਹੋਇਆ ਤੇ ਈਸਵੀ ਸੰਨ ਜਿਹੜਾ ਸੀ ਉਹ ਪ੍ਰਭੂ ਯਿਸੂ ਮਸੀਹ ਦੇ ਨਾਲ ਸੰਬੰਧਿਤ ਰੱਖਦਾ ਹੈ ਤੇ ਜਿਹੜਾ ਹਿਜਰੀ ਸੰਨ ਹੈ ਉਹ ਮੁਹੰਮਦ ਸਾਹਿਬ ਜੀ ਦੇ ਨਾਲ ਸੰਬੰਧਿਤ ਰੱਖਦਾ ਹੈ। ਜਿਹੜਾ ਸਾਕਾ ਕੈਲੰਡਰ ਹੈ ਉਹ 1957 ਦੇ ਵਿੱਚ ਜਾ ਕੇ ਸ਼ੁਰੂ ਹੋਇਆ, ਜਦੋਂ ਦੇਸ਼ ਦੀ ਵੰਡ ਹੋ ਚੁੱਕੀ ਸੀ ਤੇ ਇਹ ਜ਼ਿਆਦਾਤਰ ਮਾਰਚ ਮਹੀਨੇ ਦੀ 22-23 ਤਰੀਕ ਨੂੰ ਜਿਹੜਾ ਹੈ ਉਹ ਸ਼ੁਰੂ ਹੁੰਦਾ ਹੈ ਇਹ ਨਵਾਂ ਸਾਲ। ਤੁਸੀਂ ਦੇਖਿਆ ਹੋਵੇਗਾ ਜਦੋਂ ਸਰਕਾਰੀ ਦਫ਼ਤਰਾਂ ਦੇ ਵਿੱਚ ਆਪਣੇ ਕੰਮਕਾਜ ਜਿਹੜਾ ਹੈ ਨਾ ਉਹ ਬੰਦ ਹੁੰਦਾ ਹੈ ਸਾਲ ਬਾਅਦ, ਤੇ ਉਹ ਮਾਰਚ ਮਹੀਨੇ ਦੇ ਵਿੱਚ ਬੰਦ ਹੁੰਦਾ ਹੈ ਤੇ ਉਦੋਂ ਹੀ ਫਿਰ ਜਿਹੜਾ ਹੈ 31 ਮਾਰਚ ਕਹਿੰਦੇ ਨਾ ਕਲੋਜ਼ ਕਰ ਦਿੱਤੀ। ਉਹ ਜ਼ਿਆਦਾਤਰ ਸਰਕਾਰੀ ਦਫ਼ਤਰਾਂ 'ਚ ਤੁਸੀਂ ਦੇਖੋਗੇ ਤੇ ਅਪ੍ਰੈਲ ਤੋਂ ਫਿਰ ਉਹਨਾਂ ਨੇ ਇੱਕ ਨਵਾਂ ਸਾਲ ਸ਼ੁਰੂ ਕਰਨਾ ਹੁੰਦਾ ਹੈ। ਇਸੇ ਤਰ੍ਹਾਂ ਦੇਸੀ ਜਿਹਨੂੰ ਆਪਾਂ ਈਸਵੀ ਸੰਨ ਕਹਿੰਦੇ ਹਾਂ ਉਹ ਜਨਵਰੀ, ਫਰਵਰੀ, ਮਾਰਚ, ਅਪ੍ਰੈਲ, ਮਈ, ਜੂਨ, ਜੁਲਾਈ ਆਦਿ। ਤੇ ਜਦੋਂ
ਸਿੱਖ ਆਪਣੇ ਇਤਿਹਾਸ ਦੇ ਨਾਲ ਜੁੜਨਾ ਚਾਹੇ, ਆਪਣੇ ਗੁਰੂਆਂ ਪੀਰਾਂ ਦੀ ਧਰਤੀ ਨੂੰ ਕਹਿ ਲਈਏ ਨਮਸਕਾਰ ਕਰਨਾ ਚਾਹੇ, ਉਹਨਾਂ ਦੇ ਚਰਨ ਛੋਹ ਪ੍ਰਾਪਤ ਕਰਨਾ ਚਾਹੇ, ਤੇ ਫਿਰ ਉਹਨੂੰ ਗੁਰੂ ਨਾਨਕ ਦੇਵ ਜੀ ਦੀ ਯਾਦ ਦੇ ਨਾਲ ਜੁੜਨਾ ਪਵੇਗਾ। ਇਸੇ ਕਰਕੇ ਗੁਰੂ ਨਾਨਕ ਸਾਹਿਬ ਜੀ ਦੇ ਜਨਮ ਦਿਨ ਤੋਂ ਲੈ ਕਰਕੇ ਜਿਹੜਾ ਸਮਾਂ ਚਾਲੂ ਹੋਇਆ, ਉਸ ਦਿਨ ਨੂੰ ਸਿੱਖਾਂ ਨੇ ਜਿਹੜਾ ਸੀ ਨਾ ਇੰਗਲੈਂਡ ਨਿਵਾਸੀ ਸਰਦਾਰ ਪੁਰੇਵਾਲ ਸਾਹਿਬ ਜੀ ਹੁਣਾਂ ਨੇ ਇਹ ਨਾਨਕਸ਼ਾਹੀ ਕੈਲੰਡਰ ਤਿਆਰ ਕੀਤਾ ਸੀ। ਸਮੇਂ ਦੇ ਹਿਸਾਬ ਦੇ ਨਾਲ ਅੱਜ ਉਹ ਨਾਨਕਸ਼ਾਹੀ ਕੈਲੰਡਰ ਜਿਹੜਾ ਸਾਡੇ ਪਾਸ ਮੌਜੂਦ ਹੈ। ਸਿੱਖ ਕੌਮ ਦੇ ਜਿੰਨੇ ਗੁਰਮਤਿ ਸਮਾਗਮ ਹਨ, ਤਿਉਹਾਰ ਹਨ, ਸਿੱਖ ਦੇ ਹਿਸਾਬ ਦੇ ਨਾਲ ਉਹ ਸਾਰੇ ਨਾਨਕਸ਼ਾਹੀ ਕੈਲੰਡਰ ਦੇ ਨਾਲ ਹੀ ਮਨਾਉਣ ਦੀ ਹਦਾਇਤ ਹੈ ਤੇ ਮਨਾਏ ਵੀ ਜਾ ਰਹੇ ਹਨ। ਉਸੇ ਦੌਰਾਨ ਹੀ ਜਿਹੜੇ ਮਹੀਨੇ ਚੱਲਦੇ ਨੇ ਉਹ ਫਿਰ ਚੇਤ ਤੋਂ ਸ਼ੁਰੂ ਹੁੰਦੇ ਨੇ। ਜਿੱਥੇ ਜਨਵਰੀ ਸਾਲ ਈਸਵੀ ਦੇ ਆ ਜਾਂਦਾ ਹੈ, ਉੱਥੇ ਹੀ ਨਾਨਕਸ਼ਾਹੀ ਸਾਲ ਜਾਂ ਬਿਕਰਮੀ ਸੰਮਤ ਵੀ ਜਿਹੜਾ ਹੈ ਉਹ ਚੇਤ ਤੋਂ ਸ਼ੁਰੂ ਹੁੰਦਾ ਆਦਿ। ਇਸ ਤਰ੍ਹਾਂ ਅੱਜ ਜਿਹੜਾ ਹੈ ਉਹ ਨਾਨਕਸ਼ਾਹੀ 554ਵਾਂ ਸਾਲ ਜਿਹੜਾ ਹੈ ਮਾਲਕ ਦੀ ਕਿਰਪਾ ਮਿਹਰ ਰਹਿਮਤ ਸਦਕਾ ਸਾਡੀ ਜ਼ਿੰਦਗੀ ਦੇ ਵਿੱਚ ਪ੍ਰਵੇਸ਼ ਕੀਤਾ ਹੈ। ਜਿੱਥੇ ਨਵੇਂ ਸਾਲ ਦੀ ਜਿਹੜੀ ਆਮਦ ਹੋਈ ਹੈ, ਉੱਥੇ ਕੁਦਰਤੀ ਅੱਜ ਦਾ ਜੋ ਮਹੀਨਾ ਹੈ ਆਰੰਭ ਹੋਇਆ ਚੇਤ, ਜਿਹਨੂੰ ਆਪਾਂ 12 ਮਾਹਾਂ ਦੀ ਬਾਣੀ ਦੇ ਸਿਰਲੇਖ ਹੇਠ ਸਰਵਣ ਕਰਦੇ ਹਾਂ। ਤੇ ਇਹ 12 ਮਾਹ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਤੁਸੀਂ ਦੇਖਿਆ, ਜਿੱਥੋਂ ਰੋਜ਼ਾਨਾ ਦਰਬਾਰ ਸਾਹਿਬ ਤੋਂ ਕਥਾ ਜਿਹੜੀ ਹੈ ਲਾਈਵ ਚੱਲਦੀ ਹੈ, ਉਹਦੇ ਅੰਦਰ ਵੜਦੇ ਹਾਂ ਹਾਲ ਦੇ। ਜਦੋਂ ਸੱਜੇ ਪਾਸੇ ਦੇਖੋਗੇ ਇੱਕ ਪੀੜਾ ਸਾਹਿਬ ਜਿਹੜਾ ਹੈ ਉਹ ਬਣਿਆ ਹੋਇਆ ਹੈ, ਜਿਹਨੂੰ ਪਹਿਲਾਂ ਥੜਾ ਹੈ, ਉੱਤੇ ਪੀੜਾ ਹੈ, ਪਾਲਕੀ ਹੈ, ਉਹਨੂੰ ਕਹਿੰਦੇ ਨੇ ਮੰਜੀ ਸਾਹਿਬ ਗੁਰਦੁਆਰਾ। ਇੱਥੇ ਬੈਠ ਕਰਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਜਿਹੜਾ ਸੀ ਉਸ ਸਮੇਂ ਸਿੱਖਾਂ ਦੀ ਬੇਨਤੀ ਦੇ ਉੱਤੇ 12 ਮਾਹ ਉਚਾਰਨ ਕੀਤਾ ਸੀ ਰਾਗ ਮਾਝ ਦੇ ਅੰਦਰ। ਇਸ ਤੋਂ ਪਹਿਲਾਂ ਸਾਡੇ ਕੋਲ ਤੁਖਾਰੀ ਰਾਗ ਦੇ ਵਿੱਚ ਵੀ ਜਿਹੜਾ ਸੀ 12 ਮਾਝ ਗੁਰੂ ਨਾਨਕ ਸਾਹਿਬ ਜੀ ਦਾ ਸੀ, ਜਿੱਥੇ ਇਹ ਸ਼ੁਰੂ ਹੁੰਦਾ ਹੈ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ, ਤੇ ਉੱਥੇ ਸ਼ੁਰੂ ਹੁੰਦਾ ਹੈ ਤੂੰ ਸੁਨ ਕਿਰਤ ਕਰਮਾ ਪੁਰਬ ਕਮਾਇਆ ਸਿਰ ਸਿਰ ਸੁਖ ਸੁਹੰਮਾ ਦੇਹ ਸੋ ਭਲਾ ਆਦਿ। ਉਹ ਬਾਣੀ ਜਿਹੜੀ ਹੈ ਬੜੀ ਮਹਿੰਗੀ ਹੈ, ਤੇ ਜਿੰਨਾ ਚੱਕਰ ਉਹਦੇ ਵਿਸ਼ਰਾਮ, ਉਹਦਾ ਪਾਠ ਬੋਧ, ਉਹਦੀ ਵਿਆਕਰਨ ਤੇ ਉਹਦੇ ਅਰਥ ਬੋਧ ਨਾ ਕੀਤੇ ਜਾਣ, ਆਮ ਇਨਸਾਨ ਦੀ ਸਮਝ ਤੋਂ ਵਿੱਚੋਂ ਬਾਹਰ ਨੇ। ਇਸ ਕਰਕੇ ਸਿੱਖਾਂ ਨੇ ਕਿਹਾ ਸੀ ਬਾਬਾ 12 ਮਾਹ ਸਾਨੂੰ ਫਿਰ ਦੇ, ਪਰ ਕੁਝ ਸੌਖੇ ਤਰੀਕੇ ਨਾਲ ਦੇ। ਤੇ ਜਦੋਂ ਇਹ 12 ਮਾਹ ਬਾਣੀ ਜਿਹੜੀ ਹੈ ਪੜ੍ਹਦੇ ਹਾਂ ਤੇ ਬੜੀ ਛੇਤੀ ਸਮਝ ਦੇ ਵਿੱਚ ਆ ਜਾਂਦੀ ਹੈ, ਕਿਉਂਕਿ ਸੁਖੈਨ ਹੈ। ਤੇ ਜਿਹਦੇ ਨਾਲ ਇਹ ਬਾਣੀ ਫਿਰ 12 ਮਾਹ ਦੀ ਆਮ ਕਰਕੇ ਜ਼ਿਆਦਾਤਰ ਸਿੱਖਾਂ ਦੇ ਵਿੱਚ ਪ੍ਰਚਲਿਤ ਹੋ ਗਈ। ਹਰ ਮਹੀਨੇ ਜਦੋਂ ਨਵੀਂ ਆਮਦ ਹੁੰਦੀ ਹੈ ਤੇ ਇਸੇ ਹੀ ਬਾਣੀ ਦੇ ਅਰਥ ਉਸ ਮਹੀਨੇ ਦੇ ਪ੍ਰਥਾਏ ਜ਼ਿਆਦਾਤਰ ਗੁਰ ਅਸਥਾਨਾਂ ਤੇ ਜਿਹੜੇ ਨੇ ਉਹ ਕੀਤੇ ਜਾਂਦੇ ਨੇ। ਸੋ ਅੰਤ ਦੇ ਵਿੱਚ ਗੁਰ ਕਿਰਪਾ ਮਿਹਰ ਰਹਿਮਤ ਸਦਕਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਗੁਰਦੁਆਰਾ ਥੰਮਜੀ ਸਾਹਿਬ, ਪੂਰੀ ਮੈਨੇਜਮੈਂਟ ਕਮੇਟੀ, ਮੈਨੇਜਰ ਸਾਹਿਬਾਨ, ਪੂਰੇ ਸਟਾਫ ਵੱਲੋਂ ਆਪ ਸਰਬੱਤ ਮਾਈ ਭਾਈ ਨੂੰ, ਗੁਰੂ ਕੀਆਂ ਸੰਗਤਾਂ ਨੂੰ ਨਵੇਂ ਸਾਲ ਦੀਆਂ ਦੁਬਾਰਾ ਲੱਖ ਲੱਖ ਵਧਾਈਆਂ ਹੋਵਣ ਜੀ। ਨਵਾਂ ਮਹੀਨੇ ਦੀ ਵੀ ਆਮਦ ਹੋਈ ਹੈ, ਉਹਦੀਆਂ ਵੀ ਲੱਖ ਲੱਖ ਵਧਾਈਆਂ ਹੋਵਣ। ਭੁੱਲਾਂ ਦੀ ਖਿਮਾ ਵਿਸਰ ਨਾਹੀ ਦਾਤਾ, ਆਪਣਾ ਨਾਮ ਦੇ